ਸ਼੍ਰੀ ਅਕਾਲ ਬੱਚਿਓ। 6ਵੀਂ ਦੀ ਪੰਜਾਬੀ ਦੀ ਜਮਾਤ ਵਿੱਚ ਤੁਹਾਡਾ ਸਵਾਗਤ ਹੈ ਤੇ ਆਈ ਹੋਪ ਤੁਸੀਂ 14 ਲੈਸਨ ਜੋ ਹੈ ਕੰਪਲੀਟ ਕਰ ਲਿਆ ਹੋਵੇਗਾ ਤੇ ਅੱਜ ਅਸੀਂ ਕਰਦੇ ਹਾਂ ਸਾਡਾ ਲੈਸਨ ਨੰਬਰ 15 ਜੋ ਕਿ ਤੁਹਾਡੇ ਸਿਲੇਬਸ ਦੇ ਅਕੋਰਡਿੰਗ ਸਿਰਫ ਪੜ੍ਹਨ ਲਈ ਹੈ। ਇਸ ਕਰਕੇ ਮੈਂ ਇਹ ਲੈਸਨ ਤੁਹਾਨੂੰ ਪੜ੍ਹਾਵਾਂਗੀ ਅਤੇ ਨਾਲ ਹੀ ਇਸ ਦਾ ਬੁੱਕ ਪਾਰਟ ਵੀ ਕਰਾਵਾਂਗੀ, ਬਟ ਇਹ ਪੇਪਰ ਵਿੱਚ ਨਹੀਂ ਆਏਗਾ। ਠੀਕ ਹੈ, ਤੇ ਆਓ ਅਸੀਂ ਅੱਜ ਲੈਸਨ ਪੜ੍ਹਦੇ ਹਾਂ ਜਿਸ ਦਾ ਨਾਮ ਹੈ ਸੰਤ ਕਬੀਰ ਜੀ ਔਰ ਇਹ ਲੈਸਨ ਲਿਖਿਆ ਹੈ ਬੁੱਕ ਦੇ ਸੰਪਾਦਕ ਨੇ। ठीक है, संपादक कौन है? इसने बुक लिखी है नरेंद्र सिंह दुग्गल ਅਤੇ ਜਸਵੀਰ ਕੌਰ। ਤਾਂ ਇਹਨਾਂ ਵਿੱਚੋਂ ਕਿਸੇ ਦਾ ਵੀ ਨਾਮ ਤੁਸੀਂ ਹੈ ਲਿਖ ਸਕਦੇ ਹੋ। ਤੇ ਇਹ ਲੈਸਨ ਵੈਸੇ ਪੇਪਰ ਵਿੱਚ ਆਉਣਾ ਨਹੀਂ ਹੈ, ਸਿਰਫ ਤੁਹਾਡੀ ਨੌਲੇਜ ਲਈ ਹੈ, ਇਸ ਲਈ ਮੈਂ ਲੈਸਨ ਪੜ੍ਹਾ ਰਹੀ ਹਾਂ। ਆਓ ਅਸੀਂ ਲੈਸਨ ਪੜ੍ਹੀਏ। ਇਸ ਪਾਠ ਦੇ ਵਿੱਚ ਲੇਖਕ ਨੇ ਸੰਤ ਕਬੀਰ ਜੀ ਦੇ ਜੀਵਨ ਬਾਰੇ ਦੱਸਿਆ ਹੈ ਜੋ ਕਿ ਛੋਟੀ ਜਾਤੀ ਨਾਲ ਸੰਬੰਧ ਰੱਖਦੇ ਸੀ ਔਰ ਉਸ ਸਮੇਂ ਕੁਝ ਕੱਟੜਪੰਥੀ ਹਿੰਦੂ ਜਾਤੀ ਦੇ ਲੋਕ ਜੋ ਸੀ ਜਾਤ ਪਾਤ ਦਾ ਭੇਦਭਾਵ ਕਰਦੇ ਸੀ, ਛੋਟੀ ਜਾਤ ਵਾਲਿਆਂ ਨਾਲ ਨਫ਼ਰਤ ਕਰਦੇ ਸੀ। ਕਬੀਰ ਜੀ ਨੇ ਜਿਉਂ ਹੀ ਹੋਸ਼ ਸੰਭਾਲੀ ਉਹ ਜਾਤ ਪਾਤ ਦੇ ਖਿਲਾਫ ਡਟ ਕੇ ਖੜੇ ਹੋ ਗਏ। ਉਹਨਾਂ ਦੀਆਂ ਦਲੀਲਾਂ ਅੱਗੇ ਕੱਟੜਪੰਥੀ ਰੱਤਾ ਵੀ ਨਹੀਂ ਠਹਿਰ ਸਕੇ। ਸੰਤ ਕਬੀਰ ਜੀ ਅਸਲ ਵਿੱਚ ਕੀ ਸੀ? ਇੱਕ ਮਹਾਨ ਸੰਤ ਸੀ। ਸਭ ਨੂੰ ਪਤਾ ਹੈ ਇਹਨਾਂ ਦੀ ਬਾਣੀ ਜੋ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਦਰਜ ਹੈ ਔਰ ਇਹਨਾਂ ਨੇ ਕੀ ਹੈ ਜਾਤ ਪਾਤ ਦੇ ਖਿਲਾਫ ਜੋ ਹੈ ਆਪਣੀ ਆਵਾਜ਼ ਉਠਾਈ ਸੀ। ਆਓ ਅਸੀਂ ਹੁਣ ਪਾਠ ਪੜ੍ਹਦੇ ਹਾਂ। ਭਾਰਤ ਦੀ ਧਰਤੀ ਰਿਸ਼ੀਆਂ ਮੁਨੀਆਂ ਪੀਰਾਂ ਫਕੀਰਾਂ ਗੁਰੂਆਂ ਦੇਵੀ ਦੇਵਤਿਆਂ ਦੀ ਧਰਤੀ ਅਖਵਾਉਂਦੀ ਹੈ। ਸਮੇਂ ਸਮੇਂ ਇੱਥੇ ਮਹਾਂਪੁਰਸ਼ਾਂ ਨੇ ਅਵਤਾਰ ਧਾਰਨ ਕਰਕੇ ਇਸ ਧਰਤੀ ਨੂੰ ਭਾਗ ਲਾਏ ਹਨ। ਇਹਨਾਂ ਸੰਤਾਂ ਵਿੱਚੋਂ ਹੀ ਭਗਤ ਕਬੀਰ ਜੀ ਦਾ ਨਾਮ ਬੜੇ ਮਾਣ ਨਾਲ ਲਿਆ ਜਾਂਦਾ ਹੈ। ਭਗਤੀ ਲਹਿਰ ਦੇ ਇਹ ਸੰਤ 15ਵੀਂ ਸਦੀ ਵਿੱਚ ਹੋਏ। ਇਹਨਾਂ ਨੇ ਆਪਣੇ ਉਪਦੇਸ਼ਾਂ ਨਾਲ ਇਸ ਧਰਤੀ ਦਾ ਉਧਾਰ ਕੀਤਾ। ਇਹਨਾਂ ਦੇ ਰਚੇ ਸਾਰੇ ਸ਼ਲੋਕ ਜੋ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ। ਕਬੀਰ ਜੀ ਦੇ ਪਿਤਾ ਕੱਪੜਾ ਬੁਣਨ ਦਾ ਕੰਮ ਕਰਦੇ ਸੀ। ਉਹਨਾਂ ਨੇ ਆਪਣੇ ਪਿਤਾ ਦੇ ਕਿੱਤੇ ਨੂੰ ਅਪਣਾਇਆ। ਕਿੱਤੇ ਮਤਲਬ ਕੰਮ ਨੂੰ, ਜੋ ਉਹਨਾਂ ਦੇ ਪਿਤਾ ਜੀ ਕੰਮ ਕਰਦੇ ਸੀ ਉਹੀ ਇਹਨਾਂ ਨੇ ਕੀਤਾ। ਆਪ ਕੱਪੜਾ ਬੁਣ ਕੇ ਆਪਣੇ ਜੀਵਨ ਦਾ ਨਿਰਵਾਹ ਕਰਦੇ ਰਹੇ ਤੇ ਪ੍ਰਭੂ ਦੇ ਗੁਣ ਗਾਉਂਦੇ ਰਹੇ। ਜਾਤ ਪਾਤ ਦਾ ਭੇਦਭਾਵ ਭਾਵੇਂ ਹੁਣ ਵੀ ਵੇਖਿਆ ਜਾਂਦਾ ਹੈ ਪਰ ਕਬੀਰ ਜੀ ਦੇ ਸਮੇਂ 'ਚ ਇਹ ਬਹੁਤ ਜ਼ਿਆਦਾ ਸੀ। ਉਹਨਾਂ ਦੀ ਜਾਤ ਅਤੇ ਕੰਮ ਜਿਹੜਾ ਸੀ ਉਹ ਕਰਦੇ ਸੀ, ਵਪਾਰ, ਉਹਨੂੰ ਨੀਵਾਂ ਸਮਝਿਆ ਜਾਂਦਾ ਸੀ। ਉਸ ਸਮੇਂ ਵਿੱਦਿਆ ਪ੍ਰਾਪਤ ਕਰਨ ਦਾ ਹੱਕ ਹਰ ਆਮ ਮਨੁੱਖ ਨੂੰ ਨਹੀਂ ਸੀ। ਆਪਣੇ ਆਪ ਨੂੰ ਉੱਚੀ ਜਾਤੀ ਸਮਝਣ ਵਾਲੇ ਲੋਕ ਨੀਵੀਂ ਜਾਤੀ ਵਾਲਿਆਂ ਨਾਲ ਨਫ਼ਰਤ ਕਰਦੇ ਸੀ। ਕਬੀਰ ਜੀ ਨੇ ਜਦੋਂ ਹੋਸ਼ ਸੰਭਾਲੀ ਤਾਂ ਉਹਨਾਂ ਨੇ ਇਸ ਜਾਤ ਪਾਤ ਊਚ ਨੀਚ ਦੇ ਭੇਦਭਾਵ ਨੂੰ ਖਤਮ ਕਰਨ ਦਾ ਬੀੜਾ ਉਠਾਇਆ। ਕਬੀਰ ਜੀ ਦੇ ਮਨ ਵਿੱਚ ਗਿਆਨ ਦੀ ਭੁੱਖ ਬੜੀ ਪ੍ਰਬਲ ਸੀ। ਗਿਆਨ ਦੀ ਭੁੱਖ ਮਤਲਬ ਗਿਆਨ ਪ੍ਰਾਪਤ ਕਰਨਾ ਚਾਹੁੰਦੇ ਸੀ ਉਹ। ਉਸ ਸਮੇਂ ਵਿੱਦਿਆ ਲੈਣ ਲਈ ਸ਼ਿਸ਼ ਕਿਸੇ ਗੁਰੂ ਕੋਲ ਜਾਂਦਾ ਸੀ। ਸ਼ਿਸ਼ ਜਿਹਨੂੰ ਤੁਸੀਂ ਸ਼ਿਸ਼ਯ ਕਹਿੰਦੇ ਹੋ। ਕਬੀਰ ਜੀ ਨੂੰ ਨੀਵੀਂ ਜਾਤ ਦਾ ਸਮਝ ਕੇ ਕੋਈ ਵੀ ਉਹਨਾਂ ਦਾ ਗੁਰੂ ਬਣਨ ਨੂੰ ਤਿਆਰ ਨਹੀਂ ਸੀ। ਉਸ ਸਮੇਂ ਰਾਮਾਨੰਦ ਇਲਾਕੇ ਦੇ ਉੱਘੇ ਵਿਦਵਾਨ ਸੀ, ਯਾਨੀ ਕਿ ਉਹੀ ਉਹਨਾਂ ਨੂੰ ਗੁਰੂ ਬਣਾਉਂਦੇ ਸੀ ਸਾਰੇ। ਕਬੀਰ ਜੀ ਰਾਮਾਨੰਦ ਜੀ ਨੂੰ ਆਪਣਾ ਗੁਰੂ ਧਾਰਨ ਕਰਨਾ ਚਾਹੁੰਦੇ ਸਨ। ਉਦੋਂ ਵਾਤਾਵਰਣ ਹੀ ਅਜਿਹਾ ਸੀ ਕਿ ਜੇ ਕੋਈ ਕਿਸੇ ਨੀਵੀਂ ਸਮਝੀ ਜਾਂਦੀ ਜਾਤੀ ਦੇ ਬਾਲਕ ਦਾ ਗੁਰੂ ਬਣਨਾ ਵੀ ਚਾਹੁੰਦਾ ਤਾਂ ਉਸਨੂੰ ਉੱਚ ਜਾਤੀ ਦੇ ਲੋਕਾਂ ਦਾ ਵਿਰੋਧ ਕਰਨਾ ਪੈਂਦਾ ਸੀ। ਇਸ ਕਾਰਨ ਰਾਮਾਨੰਦ ਜੀ ਲਈ ਕਬੀਰ ਜੀ ਨੂੰ ਆਪਣਾ ਸ਼ਿਸ਼ ਬਣਾਉਣ ਲਈ ਸਹਿਮਤ ਹੋਣਾ ਸੁਖਾਲਾ ਨਹੀਂ ਸੀ, ਸੌਖਾ ਕੰਮ ਨਹੀਂ ਸੀ ਉਹਨਾਂ ਨੂੰ ਆਪਣਾ ਸ਼ਿਸ਼ ਬਣਾਉਣਾ ਕਿਸੇ ਵੀ ਗੁਰੂ ਲਈ। ਇਸ ਹਾਲਤ ਵਿੱਚ ਕਬੀਰ ਜੀ ਨੇ ਇੱਕ ਰਾਹ ਲੱਭਿਆ। ਉਹਨਾਂ ਨੂੰ ਪਤਾ ਸੀ ਕਿ ਰਾਮਾਨੰਦ ਜੀ ਸਵੇਰੇ ਸੁਵਖਤੇ ਮਤਲਬ ਜਲਦੀ ਗੰਗਾ ਵਿੱਚ ਇਸ਼ਨਾਨ ਕਰਨ ਜਾਂਦੇ ਸਨ। ਰਾਹ ਵਿੱਚ ਰੋਸ਼ਨੀ ਦਾ ਕੋਈ ਪ੍ਰਬੰਧ ਨਹੀਂ ਸੀ। ਇੱਕ ਦਿਨ ਇਸ਼ਨਾਨ ਕਰਨ ਤੋਂ ਮੁੜਦਿਆਂ ਉਹਨਾਂ ਦੇ ਰਾਹ ਵਿੱਚ ਕਬੀਰ ਜੀ ਲੰਬੇ ਪੈ ਗਏ। ਰਾਮਾਨੰਦ ਜੀ ਦਾ ਪੈਰ ਜਿਉਂ ਹੀ ਕਬੀਰ ਜੀ ਨੂੰ ਲੱਗਿਆ ਉਹਨਾਂ ਦੇ ਮੂੰਹੋਂ ਨਿਕਲਿਆ, ਉੱਠੋ ਭਾਈ ਰਾਮ ਜਪੋ। ਉਹਨਾਂ ਨੂੰ ਪਤਾ ਨਹੀਂ ਸੀ ਕਿ ਰਾਹ ਵਿੱਚ ਕਬੀਰ ਜੀ ਜਾਣ ਬੁੱਝ ਕੇ ਪਏ ਸਨ। ਕਬੀਰ ਜੀ ਨੇ ਸੋਚਿਆ ਕਿ ਮੇਰੇ ਗੁਰੂ ਜੀ ਦੀ ਚਰਨ ਛੂਹ ਮੈਨੂੰ ਪ੍ਰਾਪਤ ਹੋ ਗਈ ਹੈ, ਯਾਨੀ ਕਿ ਉਹਨਾਂ ਨੇ ਉਹਨਾਂ ਦੇ ਚਰਨਾਂ ਨੂੰ ਛੂਹ ਲਿਆ ਹੈ। ਰਾਮ ਜਪੋ ਦਾ ਪਾਠ ਵੀ ਉਹਨਾਂ ਕੋਲੋਂ ਮਿਲ ਗਿਆ ਸੀ। ਤਦ ਤੋਂ ਕਬੀਰ ਜੀ ਨੇ ਆਪਣੇ ਆਪ ਨੂੰ ਰਾਮਾਨੰਦ ਜੀ ਦਾ ਸ਼ਿਸ਼ ਮੰਨਣਾ ਸ਼ੁਰੂ ਕਰ ਦਿੱਤਾ। ਹੌਲੀ ਹੌਲੀ ਇਸ ਗੱਲ ਦਾ ਪਤਾ ਰਾਮਾਨੰਦ ਜੀ ਨੂੰ ਵੀ ਲੱਗ ਗਿਆ। ਉਹਨਾਂ ਨੇ ਕਬੀਰ ਜੀ ਤੋਂ ਪੁੱਛਿਆ ਕਿ ਤੁਸੀਂ ਮੇਰੇ ਸ਼ਾਗਿਰਦ ਕਿਵੇਂ ਬਣ ਗਏ, ਯਾਨੀ ਕਿ ਤੁਸੀਂ ਮੇਰੇ ਸ਼ਿਸ਼ ਕਿਵੇਂ ਬਣ ਗਏ। ਅੱਗੋਂ ਕਬੀਰ ਜੀ ਨੇ ਉਸ ਸਵੇਰ ਵਾਲੀ ਸਾਰੀ ਘਟਨਾ ਦੱਸ ਦਿੱਤੀ। ਰਾਮਾਨੰਦ ਜੀ ਗਦਗਦ ਹੋ ਉਠੇ ਮਤਲਬ ਖੁਸ਼ ਹੋ ਗਏ। ਕਬੀਰ ਜੀ ਦੀ ਲਗਨ ਤੇ ਸ਼ਰਧਾ ਨੂੰ ਵੇਖ ਕੇ ਉਹਨਾਂ ਨੇ ਕਬੀਰ ਜੀ ਨੂੰ ਸੱਚਮੁੱਚ ਦਾ ਸ਼ਿਸ਼ ਬਣਾ ਲਿਆ। ਤਦ ਤੋਂ ਕਬੀਰ ਜੀ ਆਪਣੇ ਗੁਰੂ ਜੀ ਤੋਂ ਬਿਨਾਂ ਸੰਕੋਚ ਸਿੱਖਿਆ ਪ੍ਰਾਪਤ ਕਰਨ ਲੱਗੇ। ਕਬੀਰ ਜੀ ਉਸ ਸਮੇਂ ਦੇ ਉੱਘੇ ਸੰਤਾਂ ਭਗਤਾਂ ਨਾਲ ਵੀ ਮਿਲ ਕੇ ਬੈਠਦੇ ਕਹਿੰਦੇ ਹਨ ਕਿ ਇਹ ਸੰਤ ਮੰਡਲੀ ਵਿੱਚ ਕਬੀਰ ਜੀ, ਰਵਿਦਾਸ ਜੀ, ਸੈਨ ਜੀ ਅਤੇ ਪੀਪਾ ਜੀ। ਪੀਪਾ ਵੀ ਇੱਕ ਭਗਤ ਹੋਏ ਹਨ। ਉਸ ਸਮੇਂ ਜੋ ਸਤਸੰਗ ਦੀ ਗੰਗਾ ਵਹਿੰਦੀ ਸੀ ਉਸਨੂੰ ਬਿਆਨ ਕਰਨਾ ਔਖਾ ਹੈ। ਕਬੀਰ ਜੀ ਜਾਤ ਪਾਤ ਦੇ ਸਖਤ ਵਿਰੋਧੀ ਸਨ। ਉਹ ਜਾਤ ਪਾਤ ਦੇ ਹਮਾਇਤੀਆਂ ਨਾਲ ਬਹਿਸ ਕਰਦੇ, ਹਮਾਇਤੀ ਮਤਲਬ ਜੋ ਉਹਨਾਂ ਦਾ ਪਕਸ਼ ਲੈਂਦੇ ਸੀ, ਉਹਨਾਂ ਦਾ ਵਿਰੋਧ ਕਰਦੇ ਸੀ, ਉਹਨਾਂ ਨਾਲ ਬਹਿਸ ਕਰਦੇ ਸੀ।
ਉਹ ਦਲੀਲਾਂ ਦੇ ਕੇ ਸਾਬਤ ਕਰਦੇ ਸਨ ਕਿ ਸਾਰੇ ਮਨੁੱਖ ਸਮਾਨ ਹਨ, ਜਾਤ ਪਾਤ ਦੇ ਭੇਦਭਾਵ ਫਜ਼ੂਲ ਹਨ। ਕਬੀਰ ਜੀ ਹੱਥੀਂ ਕਿਰਤ ਕਰਦੇ ਸਨ, ਯਾਨੀ ਹੱਥਾਂ ਨਾਲ ਕੰਮ ਕਰਦੇ ਸੀ। ਉਹਨਾਂ ਦੀ ਪਤਨੀ ਦਾ ਨਾਮ ਲੋਈ ਸੀ। ਕਮਾਲ ਉਹਨਾਂ ਦਾ ਪੁੱਤਰ ਸੀ ਅਤੇ ਕਮਾਲੀ ਉਹਨਾਂ ਦੀ ਪੁੱਤਰੀ ਦਾ ਨਾਮ ਸੀ। ਯਾਨੀ ਕਿ ਮੁੰਡੇ ਦਾ ਨਾਮ ਸੀ ਕਮਾਲ ਔਰ ਕੁੜੀ ਦਾ ਨਾਮ ਸੀ ਕਮਾਲੀ। ਕਬੀਰ ਜੀ ਭਾਵੇਂ ਸਾਦਾ ਜੀਵਨ ਜੀਂਦੇ ਸੀ, ਫਿਰ ਵੀ ਉਹਨਾਂ ਦਾ ਹੱਥ ਤੰਗ ਰਹਿੰਦਾ ਸੀ। ਉਹਨਾਂ ਬਾਰੇ ਇੱਕ ਕਥਾ ਦੱਸੀ ਜਾਂਦੀ ਹੈ। ਘਰ ਵਿੱਚ ਅਨਾਜ ਦੀ ਲੋੜ ਸੀ। ਕਬੀਰ ਜੀ ਨੇ ਆਪਣੇ ਹੱਥਾਂ ਦੇ ਬੁਣੇ ਖੱਦਰ ਦੇ ਥਾਨ ਨੂੰ ਲੈ ਕੇ ਵੇਚਣ ਲਈ ਬਾਜ਼ਾਰ ਗਏ। ਇਹ ਬਨਾਰਸ ਦਾ ਬਾਜ਼ਾਰ ਸੀ। ਉਹਨਾਂ ਨੇ ਅਜੇ ਥਾਨ ਵੇਚਣਾ ਹੀ ਸੀ ਕਿ ਇੱਕ ਸਾਧੂ ਨੇ ਵਸਤਰਾਂ ਲਈ ਕੱਪੜੇ ਦੀ ਮੰਗ ਕੀਤੀ। ਕਬੀਰ ਜੀ ਨੇ ਸਾਧੂ ਦੀ ਲੋੜ ਅਨੁਸਾਰ ਕੱਪੜਾ ਪਾੜਨਾ ਚਾਹਿਆ। ਇਸ ਤੋਂ ਪਹਿਲਾਂ ਹੀ ਸਾਧੂ ਨੇ ਕਹਿ ਦਿੱਤਾ, ਇਹ ਸਾਰਾ ਥਾਨ ਦੇ ਦਿਓ। ਕਬੀਰ ਜੀ ਨੇ ਇੱਕ ਵੀ ਸ਼ਬਦ ਬੋਲੇ ਬਿਨਾਂ ਸਾਰਾ ਥਾਨ ਸਾਧੂ ਨੂੰ ਦੇ ਦਿੱਤਾ। ਕਬੀਰ ਜੀ ਦੇ ਘਰ ਸੰਤਾਂ ਮਹਾਤਮਾ ਦਾ, ਸੰਤਾਂ ਭਗਤਾਂ ਦਾ ਆਉਣ ਜਾਣ ਲੱਗਾ ਰਹਿੰਦਾ ਸੀ। ਮਾਤਾ ਲੋਈ ਸਭ ਨੂੰ ਸਤਿਕਾਰ ਨਾਲ ਭੋਜਨ ਛਕਾਉਂਦੇ। ਕਬੀਰ ਜੀ ਨੇ ਕਾਫੀ ਰਚਨਾ ਕੀਤੀ ਹੈ। ਉਹਨਾਂ ਦੀ ਰਚਨਾ ਨੂੰ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਕੀਤਾ ਹੈ। ਉਹਨਾਂ ਦਾ ਹੀ ਇੱਕ ਉਹ ਹੈ ਦੋਹਾ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਨੈਕਸਟ ਪੇਜ ਅਸੀਂ ਪੜ੍ਹਦੇ ਹਾਂ। ਕਬੀਰ ਜੀ ਬਹੁਤ ਸਮਾਂ ਬਨਾਰਸ ਵਿੱਚ ਰਹੇ। ਕਬੀਰ ਜੀ ਨੇ ਕੱਟੜ ਲੋਕਾਂ ਅਤੇ ਜ਼ੁਲਮ ਕਰਨ ਵਾਲਿਆਂ ਨੂੰ ਖਰੀਆਂ ਖਰੀਆਂ ਸੁਣਾਈਆਂ। ਇਸ ਲਈ ਉਹਨਾਂ ਨੂੰ ਕਸ਼ਟ ਵੀ ਉਠਾਉਣੇ ਪਏ। ਕਬੀਰ ਜੀ ਆਮ ਲੋਕਾਂ ਵਿੱਚ, ਭਾਵੇਂ ਉਹ ਹਿੰਦੂ ਸਨ ਜਾਂ ਮੁਸਲਮਾਨ, ਇੱਕੋ ਜਿੰਨਾ ਸਤਿਕਾਰੇ ਜਾਂਦੇ ਸਨ, ਯਾਨੀ ਦੋਨੋਂ ਉਹਨਾਂ ਦਾ ਸਤਿਕਾਰ ਕਰਦੇ ਸੀ। ਕਹਿੰਦੇ ਹਨ ਕਿ ਜਦੋਂ ਕਬੀਰ ਜੀ ਜੋਤੀ ਜੋਤ ਸਮਾਏ ਮਤਲਬ ਇਸ ਦੁਨੀਆ ਤੋਂ ਚਲੇ ਗਏ, ਉਹਨਾਂ ਦੀ ਮ੍ਰਿਤਕ ਦੇਹ ਮਰਨ ਤੋਂ ਬਾਅਦ ਜੋ ਸਰੀਰ ਰਹਿ ਜਾਂਦਾ ਹੈ, ਉਸ ਨੂੰ ਲੈ ਕੇ ਝਗੜਾ ਹੋ ਗਿਆ। ਹਿੰਦੂ ਆਖ ਰਹੇ ਸਨ ਕਿ ਅਸੀਂ ਇਹਨਾਂ ਦੇ ਸਰੀਰ ਨੂੰ ਜਲਾਉਣਾ ਹੈ ਅਤੇ ਮੁਸਲਮਾਨ ਕਹਿੰਦੇ ਸੀ ਦਫਨਾਉਣਾ ਹੈ। ਆਖਿਰ ਕਬੀਰ ਜੀ ਦੀ ਬਾਣੀ ਨੇ ਉਹਨਾਂ ਦੇ ਸਾਰੇ ਝਗੜੇ ਦੂਰ ਕਰ ਦਿੱਤੇ, ਕਿਉਂਕਿ ਉਹਨਾਂ ਨੇ ਕਿਹਾ ਨਾ, ਅਵਲ ਅੱਲਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ। ਸਦੀਆਂ ਲੰਘਣ 'ਤੇ ਵੀ ਕਬੀਰ ਜੀ ਦੀ ਵਡਿਆਈ ਲੋਕ ਮਨਾਂ ਵਿੱਚ ਬਹੁਤ ਹੈ, ਸਗੋਂ ਉਹਨਾਂ ਦੀ ਮਹਾਨਤਾ ਵਧੇਰੇ ਸਮਝੀ ਜਾਣ ਲੱਗੀ ਹੈ। ਆਈ ਹੋਪ ਤੁਹਾਨੂੰ ਜੋ ਹੈ ਕਬੀਰ ਜੀ ਬਾਰੇ ਪਤਾ ਚੱਲ ਗਿਆ ਹੋਵੇਗਾ। ਔਖੇ ਸ਼ਬਦਾਂ ਦੇ ਅਰਥ ਤੁਸੀਂ ਇੱਕ ਵਾਰੀ ਪੜ੍ਹ ਲੈਣਾ ਬੁੱਕ ਵਿੱਚੋਂ। ਅੱਗੋਂ ਮੈਂ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਅਭਿਆਸ ਦਾ ਕੰਮ ਕਰਾ ਰਹੀ ਹਾਂ। ਇਸ ਜੋ ਲੈਸਨ ਹੈ, ਲੇਖ ਹੈ ਸੰਤ ਕਬੀਰ ਜੀ, ਇਹਨੂੰ ਇੱਕ ਵਾਰ ਤੁਸੀਂ ਆਪ ਵੀ ਪੜ੍ਹ ਲੈਣਾ। ਧੰਨਵਾਦ।